सरपंच साहब खाली करो जी 31 तरीक तो पहला नहीं जी मैं मौजूदा सरपंच खड़ा मैं आप हथी आप काम कराऊंगा मैं नहीं आप तूड़ी वगैरह ਜਿਹੜੀ ਮੈਂ ਇੱਥੇ ਜਿੱਦੇ ਮੈਨੂੰ ਪਤਾ ਜਿੱਦੇ ਕੁਝ ਹੋਣਾ ਉਹਦੇ ਮੈਂ ਬਿੱਲਾ ਕਰਾਉਂਗਾ नहीं उधर नहीं बेला होना 31 तरीक तो पहला ਕੋਈ ਗੱਲ ਨਹੀਂ ਮੈਂ ਇੱਥੇ ਆਪ ਹੱਥੀ ਕੰਮ ਕਰਾਉਣਾ ਇੱਕ ਮਿੰਟ ਤੂੰ ਇਹ ਬੰਦ ਕਰ ਇਹਨੂੰ ਬੰਦ ਕਰ ਬੰਦ ਇਹ ਕਿਉਂ ਬੰਦ ਕਰ ਰਹੇ ਚੱਲੋ ਬੰਦ ਕਰੋ ਇਹ ਕਿਉਂ ਬੰਦ 31 ਤਰੀਕ ਤੱਕ ਖਾਲੀ ਕਰੋ ਇੱਥੇ ਪਹਿਲਾਂ ਕੈਮਰਾ ਬੰਦ ਕਰ ਭੱਜ ਕੇ ਕਿਉਂ ਜਾ ਰਹੇ ਹੋ ਖੜੋ ਇੱਥੇ ਭੱਜੇ ਕਿਉਂ ਜਾ ਰਹੇ ਹੋ ਖੜੇ ਬੰਦ ਕਰ ਤੂੰ ਮੈਂ ਨਹੀਂ ਕੈਮਰਾ ਬੰਦ ਕਰ ਜਲਦੀ ਨਾਲ ਲੱਗ ਜਾਓ ਕੱਢ ਲਈ ਸਰਪੰਚ ਸਾਹਿਬ ਇਹਨਾਂ ਨੂੰ ਫੜ ਕੇ ਲੈ ਜਾਓ ਮੇਰੇ ਨਾਲ ਜ਼ਬਰਦਸਤੀ ਕਰਨਾ ਹੈ ਤੁਸੀਂ ਇਹ ਦੇਖੋ ਜੀ ਪਿੰਡ ਦੇ ਸਰਪੰਚ ਨੂੰ ਸਿਰਫ ਆਹ ਜਿਹੜੀ ਆਪਣਾ ਪਸ਼ੂ ਡਿਸਪੈਂਸਰੀ ਸੀ ਇਹਦੇ ਵਿੱਚੋਂ ਜਿਹੜਾ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸਿਰਫ ਇਹ ਖਾਲੀ ਕਰਨ ਲਈ ਇਹਨਾਂ ਨੂੰ ਕਿਹਾ ਤੇ ਉਧਰ ਦੇਖੋ ਤੇ ਦੇਖੋ ਤੁਸੀਂ ਆਪਣਾ ਇਹ ਡਾਂਗਾ ਸੋਟੇ ਆ ਦੇਖੋ ਆ ਦੇਖੋ ਇਹ ਖੁਦ ਇਹ ਡਾਂਗਾ ਸੋਟੇ ਕੱਢ ਕੇ ਨੀਚੇ ਆ ਰਹੇ ਨੇ ਕਿੰਨੇ ਖੜੇ ਆ ਮੇਰਾ ਘਰ ਬਾਰ ਢਾਉਣ ਆ ਕੇ ਮੈਨੂੰ ਧਮਕੀਆਂ ਦਿੰਦੇ ਮੈਂ ਕਿੱਧਰ ਨੂੰ ਜਾਵਾਂ ਗਰੀਬ ਬੰਦਾ ਮੈਨੂੰ ਖੜੇ ਆ ਕੇ ਢਾਉਣ ਲੱਗ ਗਏ ਆ ਡਾਂਗਾ ਆ ਸੋਟੇ ਪਿੰਡ ਦੇ ਲੋਕ ਵੀ ਆ ਨਾਲ ਉਹ ਤੂੰ ਨਜਾਇਜ਼ ਕਰਦਾ ਨਜਾਇਜ਼ ਮੈਂ ਨਜਾਇਜ਼ ਕਰਦਾ ਤੂੰ ਬੈਠਾ ਮੈਂ ਕਰੂੰਗਾ ਮੈਂ ਤਾਂ ਸਰਪੰਚ ਬੈਠਾ ਆਪ ਹੱਥੀ ਆ ਮੈਨੂੰ ਪਤਾ ਜਿੱਥੋਂ ਕੋ ਮਿਲਣਾ ਮੇਰਾ ਯਾਰ ਆ ਕਰ ਯਾਰ ਤੈਨੂੰ ਕਿਹਨੇ ਕੁਛ ਕਿਹਾ ਮੈਨੂੰ ਧੱਕਾ ਕਰੀ ਜਾਂਦੇ ਮੈਂ ਕਿੱਧਰ ਜਾਵਾਂ ਮੈਨੂੰ ਘਰੇ ਆ ਤਾਂ ਪਈ ਮੈਨੂੰ ਖੜੀ ਆ ਜਿਹੜਾ ਆ ਕੇ ਅੱਜ ਮੇਰੀ ਬਾਹ ਫੜੋ ਮੈਂ ਗਰੀਬ ਬੰਦਾ ਮੈਂ ਕਿੱਥੇ ਜਾਵਾਂ ਮੇਰਾ ਘਰ ਢਾਉਣਾ ਪਏਗਾ ਮੇਰੇ ਨਾਲ ਧੱਕਾ ਹੋ ਰਿਹਾ ਉਧਰ ਗੱਲ ਕਰੋ ਜਿਹੜਾ ਕਬਜ਼ਾ ਛੱਡੋ ਤੁਸੀਂ ਭਰਾਵਾ ਮੇਰੀ ਗੱਲ ਸੁਣੋ ਆ ਕੇ ਪਿੰਡ ਦੇ ਲੋਕਾਂ ਸਰਪੰਚਾਂ ਨੂੰ ਵਾਰਦਾ ਮੇਰੇ ਨਾਲ ਧੱਕਾ ਹੋ ਰਿਹਾ ਮੈਂ ਕਿੱਧਰ ਜਾਵਾਂ ਇਹ ਦੇਖੋ ਮੋਠਾਵਾਲੀ ਦੇ ਸਰਪੰਚ ਆ ਜੀ ਸਰਕਾਰੀ ਡਿਸਪੈਂਸਰੀ ਤੇ ਇਹਨਾਂ ਨੇ ਆਪਣੀਆਂ ਤੂੜੀ ਦੀਆਂ ਜਿਹੜੀਆਂ ਹੈਗੀਆਂ ਨੇ ਤੂੜੀ ਰੱਖੀ ਹੋਈ ਆਪਣੀਆਂ ਪੱਥੀਆਂ ਹੋਈਆਂ ਨੇ ਤੇ ਉੱਥੇ ਆਪਣੇ ਪਸ਼ੂਆਂ ਲਈ ਕਿੱਲੇ ਕੱਢੇ ਗਏ ਆ ਜਦੋਂ ਇਹਨਾਂ ਨੂੰ ਸਰਕਾਰੀ ਜ਼ਮੀਨ ਖਾਲੀ ਕਰਨ ਲਈ ਕਿਹਾ ਕਰਨ ਲਈ ਇਹਨਾਂ ਨੂੰ ਕਿਹਾ ਤੇ ਉਧਰ ਦੇਖੋ ਇਹ ਦੇਖੋ ਤੁਸੀਂ ਆਪਣਾ ਇਹ ਡਾਂਗਾ ਸੋਟੇ ਆ ਦੇਖੋ ਆ ਦੇਖੋ ਇਹ ਖੁਦ ਇਹ ਡਾਂਗਾ ਸੋਟੇ ਕੱਢ ਕੇ ਨੀਚੇ ਆ ਰਹੇ ਨੇ ਕਿੰਨੇ ਖੜੇ ਆ ਮੇਰਾ ਘਰ ਬਾਰ ਢਾਉਣ ਆ ਕੇ ਮੈਨੂੰ ਧਮਕੀਆਂ ਦਿੰਦੇ ਮੈਂ ਕਿੱਧਰ ਨੂੰ ਜਾਵਾਂ ਗਰੀਬ ਬੰਦਾ ਮੈਨੂੰ ਖੜੇ ਆ ਕੇ ਢਾਉਣ ਲੱਗ ਗਏ ਆ ਡਾਂਗਾ ਆ ਸੋਟੇ ਪਿੰਡ ਦੇ ਲੋਕ ਵੀ ਆ ਨਾਲ ਉਹ ਤੂੰ ਨਜਾਇਜ਼ ਕਰਦਾ ਨਜਾਇਜ਼ ਮੈਂ ਨਜਾਇਜ਼ ਕਰਦਾ ਤੂੰ ਬੈਠਾ ਕਰੂੰਗਾ ਮੈਂ ਤਾਂ ਸਰਪੰਚ ਬੈਠਾ ਆਪ ਹੱਥੀ ਆ ਮੈਨੂੰ ਪਤਾ ਜਿੱਥੋਂ ਕੋ ਮਿਲਣਾ ਮੇਰਾ ਯਾਰ ਆ ਕਰ ਯਾਰ ਤੈਨੂੰ ਕਿਹਨੇ ਕੁਛ ਕਿਹਾ ਮੈਨੂੰ ਧੱਕਾ ਕਰੀ ਜਾਂਦੇ ਮੈਂ ਕਿੱਧਰ ਜਾਵਾਂ ਮੈਨੂੰ ਘਰੇ ਆ ਤਾਂ ਪਈ ਮੈਨੂੰ ਖੜੀ ਆ ਜਿਹੜਾ ਆ ਕੇ ਅੱਜ ਮੇਰੀ ਬਾਹ ਫੜੋ ਮੈਂ ਗਰੀਬ ਬੰਦਾ ਮੈਂ ਕਿੱਥੇ ਜਾਵਾਂ ਮੇਰਾ ਘਰ ਢਾਉਣਾ ਪਏਗਾ ਮੇਰੇ ਨਾਲ ਧੱਕਾ ਹੋ ਰਿਹਾ ਉਧਰ ਗੱਲ ਕਰੋ ਜਿਹੜਾ ਕਬਜ਼ਾ ਛੱਡੋ ਤੁਸੀਂ ਭਰਾਵਾ ਮੇਰੀ ਗੱਲ ਸੁਣੋ ਆ ਕੇ ਪਿੰਡ ਦੇ ਲੋਕਾਂ ਸਰਪੰਚਾਂ ਨੂੰ ਵਾਰਦਾ ਮੇਰੇ ਨਾਲ ਧੱਕਾ ਹੋ ਰਿਹਾ ਮੈਂ ਕਿੱਧਰ ਜਾਵਾਂ ਇਹ ਦੇਖੋ ਮੋਠਾਵਾਲੀ ਦੇ ਸਰਪੰਚ ਆ ਜੀ ਸਰਕਾਰੀ ਡਿਸਪੈਂਸਰੀ ਤੇ ਇਹਨਾਂ ਨੇ ਆਪਣੀਆਂ ਤੂੜੀ ਦੀਆਂ ਜਿਹੜੀਆਂ ਹੈਗੀਆਂ ਨੇ ਤੂੜੀ ਰੱਖੀ ਹੋਈ ਆਪਣੀਆਂ ਪੱਥੀਆਂ ਹੋਈਆਂ ਨੇ ਤੇ ਉੱਥੇ ਆਪਣੇ ਪਸ਼ੂਆਂ ਲਈ ਕਿੱਲੇ ਕੱਢੇ ਗਏ ਆ ਜਦੋਂ ਇਹਨਾਂ ਨੂੰ ਸਰਕਾਰੀ ਜ਼ਮੀਨ ਖਾਲੀ ਕਰਨ ਲਈ ਕਿਹਾ ਤੇ ਇਹ ਰੌਲਾ ਪਾ ਰਹੇ ਆ ਕਿ ਅਸੀਂ ਇਹਨਾਂ ਦੇ ਘਰ ਨੂੰ ਅੱਗ ਲਾ ਦੇਵਾਂਗੇ ਆਹ ਦੇਖੋ ਜੀ ਇਹ ਬੀਜੇਪੀ ਦੇ ਸਰਪੰਚ ਮੈਂ ਕੀ ਕਰਦਾ ਸਾਰੇ ਪਿੰਡਾਂ ਵਿੱਚ ਪੈਸਾ ਲਾਤਾ ਹਰਜੋਤ ਦੀ ਦੇਣਾ ਹੈ ਜਿਹੜੀ ਤੁਸੀਂ ਹੁਣ ਤੱਕ ਦਾ ਬਣੀ ਇੱਥੋਂ ਲਿਆ ਡਰਾਮਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਡੇ ਤੇ ਅਟੈਕ ਕਰਨ ਆ ਗਿਆ ਇਹ ਬਹੁਤ ਹੀ ਗਲਤ ਹੈ ਤੁਹਾਡਾ ਮੁੰਡਾ ਡਾਂਗ ਲੈ ਕੇ ਆਇਆ ਮੈਨੂੰ ਮਾਰਨ ਦੇ ਲਈ ਇਹ ਸੌਰੀ ਉਦੋਂ ਤਾਂ ਤੁਸੀਂ ਬਹੁਤ ਮਾਮਾ ਧੀਆਂ ਲੱਗੀਆਂ ਹੋਈਆਂ ਸੀ ਸ਼ੇਰਨੀਆਂ ਬਣ ਗਏ ਮੈਂ ਤਾਂ ਬਹੁਤ ਘੱਟ ਮੈਂ ਤਾਂ ਦਵਾਈ ਲੈਣ ਗਈ ਸੀ ਮੈਂ ਤਾਂ ਮੈਡਮ ਘਰੇ ਹੀ ਹੋਈ ਸੀ ਆਪਣੀ ਬੇਟੀ ਨੂੰ ਬੁਲਾਓ ਮੈਂ ਤਾਂ ਘਰੇ ਹੀ ਹੋਈ ਸੀ
ਦੋ ਲੇਡੀ ਤੋਂ ਮੂਵੀ ਦਾ ਪ੍ਰੋਵਾਈਡ ਕੀਤੀ ਜਾਊਗੀ ਬਿਜਲੀ ਐਕਸ਼ਨ ਲੈਣਾ ਜੋ ਵੀ ਹੈ ਸਰਕਾਰ ਨੂੰ ਪਹਿਲਾਂ ਉੱਤੇ ਸੋਲਰ ਮੋਟਰ ਪਾਈ ਆ ਮੈਂਬਰ ਸਾਈਨ ਕਰ ਦੇਣਾ ਅਸੀਂ ਮੋਟਰ ਚਲਾ ਦਿੰਨੇ ਆ ਐਡੀ ਕੋਈ ਗੱਲ ਨਹੀਂ ਮੈਡਮ ਇਹ ਦਰਵਾਜ਼ਾ ਮੈਂਬਰਾਂ ਨੂੰ ਕੁਝ ਕੱਢਿਆ ਹੋਇਆ ਹੈ ਹਾਂ ਅਸੀਂ ਤਾਂ ਕੱਢ ਲਿਆ ਹੁਣ ਬੰਦ ਕਰ ਲਿਆ ਜੀ ਉਸ ਤੋਂ ਬਾਅਦ ਆਪਣੇ ਕੰਮ ਕਰਨਾ ਜੋ ਸਾਡਾ ਇੱਥੇ ਸਰਕਾਰ ਨੂੰ ਸਮਾਨ ਪਿਆ ਤੇ ਤੂੜੀ ਸਰਕਾਰੀ ਹੈ ਜਿਹੜੀ ਆਪਣੀ ਹੈ ਜੀ ਨਹੀਂ ਤੋੜੀ ਆਪਣੀ ਕਿਉਂ ਸਰਕਾਰੀ ਇਹ ਆਪਣੇ ਮੈਸਤਰੀ ਘਰੇ ਲਾਉਣ ਵਾਲੇ ਕੰਮ ਆਪਣਾ ਬਣਾਉਣਾ ਮੇਰੇ ਕਮਰੇ ਥੋੜੇ ਕੱਢ ਲਿਆ ਥੋੜਾ ਸਾਫ ਸਫਾਈ ਕਰਾ ਦੇ ਅੱਜ ਮੈਸਤਰੀ ਲਾਉਣਾ ਆਪਣੀ ਫਸਲ ਬਣਾ ਦਿਆ ਵੀਡੀਓ ਦੇਖ ਲਓ ਤੁਸੀਂ ਕੋਈ ਤਾਂ ਮੈਡਮ ਕਰੀ ਜਾਂਦੀ ਮੈਮ ਤੁਹਾਨੂੰ ਪਿੰਡੇ ਕਈ ਚੱਕ ਲਾਂਗੇ ਮੈਮ ਚੱਕ ਨਹੀਂ ਕਿਹਾ ਹੁੰਦਾ ਨਹੀਂ ਕਿਹਾ ਤੁਸੀਂ ਸਾਡਾ ਭਾਈਚਾਰਾ ਮੇਰਾ ਸਵਾਲ ਸਾਰੀ ਵੀਡੀਓ ਬਣਾਈ ਹੋਈ ਕੋਈ ਨਹੀਂ ਖੜ ਕੇ ਉੱਤੇ ਨਾਮ ਇਹ ਉਹ ਵੀਡੀਓ ਦੇਖ ਲੈਣ ਫੇਰ ਨਾ ਕਿ ਦੱਸਿਆ ਨਹੀਂ ਵੇਖ ਲਓ ਕੋਈ ਸਾਰੇ ਕੀ ਨਾਮ ਉਹਦਾ ਹੀ ਆਪਾਂ ਤਾਂ ਰੱਖਿਆ ਜੀ ਆਪਣੇ ਨਾ ਮੈਸਤਰੀ ਲੱਗੇ ਤਾਂ ਕਰਕੇ ਜੀ ਆਪਾਂ ਇਹ ਸਾਰੀਆਂ ਗੱਲਾਂ ਤੇਰੀਆਂ ਠੀਕ ਹੈ ਜੋ ਐਮਐਲਏ ਸਾਹਿਬ ਕਹਿੰਦੇ ਤੂੰ ਗਲ ਕਿਉਂ ਪਿਆ ਉਹਨਾਂ ਦੇ ਯਾਰ ਕੋਈ ਗੱਲ ਆ ਬਸ ਤੂੰ ਤਾਂ ਡੰਡਾ ਲੈ ਕੇ ਆਇਆ ਵੀਰੇ ਡੰਡਾ ਕਿਉਂ ਚੱਕ ਕੇ ਲੈ ਕੇ ਆਇਆ ਤੂੰ ਸਾਨੂੰ ਮਾਰਨ ਲਈ ਸਰਪੰਚ ਗੱਲ ਪੈਂਦਾ ਸੀ ਡੰਡਾ ਲੈ ਕੇ ਆਇਆ ਐਡਾ ਵੱਡਾ ਚੱਕ ਕੇ ਸਾਨੂੰ ਮਾਰਨ ਲਈ ਇਹ ਵੀਡੀਓ ਚੱਲਦੀ ਦੇਖ ਕੇ ਨੇ ਡੰਡਾ ਅੰਦਰ ਸਿੱਟਤਾ ਜੀ ਲੈ ਕੇ ਆਓ ਡਾਂਗ ਲੈ ਕੇ ਆਓ ਜਿਹੜੀ ਚੱਕ ਕੇ ਰਿਕਵਰੀ ਕਰੋ ਜਿਹੜਾ ਮਾਰਨ ਲਈ ਲੈ ਕੇ ਆਇਆ ਇਹਨਾਂ ਨੂੰ ਪੁੱਛੋ ਤਾਂ ਸਹੀ ਜੀ ਮੈਸਤਰੀ ਲੱਗੇ ਨੂੰ ਕਿੰਨਾ ਚਿਰ ਹੋ ਗਿਆ ਮੈਸਤਰੀ ਲਾਉਣਾ ਸੀ ਨਹੀਂ ਲੱਗੇ ਨੂੰ ਕਿੰਨਾ 6 ਸਾਲ ਹੋ ਗਏ 7 ਸਾਲ ਤੁਹਾਡੇ ਰੋਕੇ ਨੂੰ ਇੱਕ ਮਿੰਟ ਬਾਈ ਸਾਡੇ ਨਾਲ ਕਰੋ ਤੈਨੂੰ ਵੀ ਅਸੀਂ ਜਿਤਾਇਆ ਸੀਗਾ ਵੋਟਾਂ ਜਿੱਤਾ ਜਿੱਤਾ ਵੋਟਾਂ ਨਹੀਂ ਰਹਿਣੀਆਂ ਗੱਲ ਜਿੱਤਾਂ ਜਿੱਤਾਂ ਨਹੀਂ ਗੱਲ ਤਾਂ ਲੈਂਦੇ ਦੀ ਆ ਤੁਸੀਂ ਪੇਸ਼ ਤਰੀਕੇ ਦੇ ਤਾਂ ਆਓ ਆਏ ਨਹੀਂ ਹੁੰਦਾਗਾ ਸਾਡੀ ਇਹ ਨਹੀਂ ਵੀ ਇਹ ਤਾਂ ਨਹੀਂ ਵੀ ਇਸੇ ਗੱਲ ਆ ਤੁਸੀਂ ਸਰ ਜਿਹੜਾ ਮੁੰਡਾ ਪਹਿਲਾਂ ਇਲੈਕਸ਼ਨ ਨਾਲ ਬਾਪੂ ਦੇ ਕਹਿਣ ਤੇ ਡਾਕ ਜਾ ਕੇ ਲਿਆ ਜਾਨ ਲੈ ਲਿਆ ਹਾਂਜੀ ਨਹੀਂ ਪਰਚਾ ਆ ਮੋਠਾ ਵਾਲੀ ਦੇ ਸਰਪੰਚ ਹੈ ਜੀ ਸਰਕਾਰੀ ਡਿਸਪੈਂਸਰੀ ਤੇ ਇਹਨਾਂ ਨੇ ਆਪਣੀਆਂ ਤੂੜੀ ਦੀਆਂ ਜਿਹੜੀਆਂ ਹੈਗੀਆਂ ਨੇ ਤੂੜੀ ਰੱਖੀ ਹੋਈ ਆਪਣੀਆਂ ਪੱਥੀਆਂ ਹੋਈਆਂ ਨੇ ਤੇ ਉੱਥੇ ਆਪਣੇ ਪਸ਼ੂਆਂ ਲਈ ਕਿੱਲੇ ਕੱਢੇ ਗਏ ਆ ਜਦੋਂ ਇਹਨਾਂ ਨੂੰ ਸਰਕਾਰੀ ਜ਼ਮੀਨ ਖਾਲੀ ਕਰਨ ਲਈ ਕਿਹਾ ਤੇ ਇਹ ਰੌਲਾ ਪਾ ਰਹੇ ਆ ਕਿ ਅਸੀਂ ਇਹਨਾਂ ਦੇ ਘਰ ਨੂੰ ਅੱਗ ਲਾ ਦਾਂਗੇ ਆਹ ਦੇਖੋ ਜੀ ਇਹ ਬੀਜੇਪੀ ਦੇ ਸਰਪੰਚ ਨੇ ਇਹ ਦੇਖੋ ਜੀ ਤੇ ਅੰਦਰ ਇਹ ਡਾਂਗਾ ਛੋਟੇ ਇਹ ਲੈ ਕੇ ਆਏ ਨੇ ਤੇ ਦੇਖੋ ਸਿਰਫ ਇਹਨਾਂ ਨੂੰ ਸਰਕਾਰੀ ਜ਼ਮੀਨ ਦੇ ਵਿੱਚੋਂ ਖਾਲੀ ਕਰਨ ਨੂੰ ਕਿਹਾ ਕਿ ਜਿਹੜੇ ਇਹਨਾਂ ਨੇ ਪਸ਼ੂਆਂ ਦੇ ਲਈ ਉੱਥੇ ਕਿੱਲੇ ਵਗੈਰਾ ਬੰਨੇ ਨੇ ਤੋੜੀ ਰੱਖੀ ਹੈ ਕਿ ਉਹ ਚੱਕ ਲਓ ਖਾਲੀ ਕਰ ਦਿਓ ਉੱਥੇ ਪਾਰਕ ਬੱਚਿਆਂ ਦੇ ਲਈ ਜਿਮ ਬਣਾਈਏ ਠੀਕ ਹੈ ਤੇ ਸਿਰਫ ਇੰਨਾ ਕਹਿਣ ਦੇ ਵਿੱਚ ਦੇਖੋ ਇਹ ਆਪਣਾ ਡਾਂਗਾ ਲੈ ਕੇ ਆ ਗਏ ਨੇ ਅੰਦਰ ਤੇ ਦੇਖੋ ਕੀ ਕੁਝ ਕਰ ਰਹੇ ਨੇ ਇਹ ਤੁਹਾਨੂੰ ਤਾਂ ਨੇਮਕੀ ਨਾਲ ਗੱਲ ਕਰੋ ਯਾਰ ਆਇਆ ਕੋਈ ਮੁੱਦਾ ਹੈ ਮੈਂ ਕੋਈ ਕੱਢ ਕੇ ਗੱਲ ਕਰੋ ਤੁਸੀਂ ਹਾਂ ਸੁਣਾਈ ਜਾਂਦੇ ਤੁਸੀਂ ਹਾਲ ਇਦਾਂ ਕਰੀਦਾ ਆ ਮੁੰਡਾ ਤੁਹਾਡੇ ਤੋਂ ਸਿਆਣਾ ਤੁਹਾਡਾ ਹੈਲੋ ਗੱਲ ਕਰਦਾ ਤੁਸੀਂ ਗੱਲ ਪਈ ਇਦਾਂ ਆ ਠੀਕ ਹੈ ਜੀ ਬੜੀਦਾ ਤੇ ਦੇਖੋ ਸਿਰਫ ਇੰਨਾ ਕਹਿਣ ਤੇ ਤੁਸੀਂ ਦੇਖੋ ਹੁਣ ਨੇਮਕੀ ਨਾਲ ਗੱਲ ਕਰਦੇ ਗੱਲ ਪਈ ਉਹਦਾ ਦੱਸ ਜਿੱਥੇ ਸਿਰਫ ਉੱਥੇ ਪਸ਼ੂ ਡਿਸਪੈਂਸਰੀ ਆ ਉੱਥੇ ਇਹਨਾਂ ਨੂੰ ਖਾਲੀ ਕਰਨ ਦੇ ਲਈ ਕਿਹਾ ਕਿ ਉੱਥੇ ਚੱਕ ਲਓ ਉੱਥੇ ਪਿੰਡ ਦੇ ਲਈ ਕੁਝ ਆਪਾਂ ਕਰੀਏ ਹਾਂ ਤੇ ਉਹੀ ਤਾਂ ਉਹਨਾਂ ਨੂੰ ਕਿਹਾ ਹੈ ਕਿ ਸਰਕਾਰੀ ਜ਼ਮੀਨ ਖਾਲੀ ਪਿਆਰ ਨੂੰ ਇਹ ਤਾਂ ਸਮਝਾਉਣ ਲੱਗੇ ਯਾਰ ਵੀ ਗੱਲ ਸੁਣ ਬਹਿ ਕੇ ਗੱਲ ਕਰ ਲਓ ਤੇ ਆਪਾਂ ਇਹੀ ਕਹਿਣਾ ਆਏ ਹਾਂ ਤੁਹਾਨੂੰ ਚੱਕੋ ਜੀ ਉਹ ਸਰਕਾਰੀ ਜ਼ਮੀਨ ਤੇ ਕਿਸੇ ਦਾ ਕਬਜ਼ਾ ਨਹੀਂ ਹੋ ਸਕਦਾ ਚੱਕੋ ਉਹ ਸਾਰਾ 31 ਤਰੀਕ ਤੋਂ ਪਹਿਲਾਂ 31 ਤਰੀਕ ਤੋਂ ਪਹਿਲਾਂ ਖਾਲੀ ਕਰੋ ਜੀ 15 ਦਿਨ ਪਏ ਆ ਖਾਲੀ ਕਰੋ ਤੁਹਾਨੂੰ ਇਹੀ ਸਮਝਾਉਣ ਆਇਆ ਇਹੀ ਕਹਿਣ ਆਇਆ ਤੁਹਾਨੂੰ ਐਮਐਲਏ ਦੇ ਕੰਮ ਆਵੇ ਪਾਥੀਆਂ ਚਕਾਉਂਦੇ ਫਿਰ ਕਿਹੜੇ ਤੇ ਹਾਂ ਤੇ ਜ਼ਮੀਨ ਨਜਾਇਜ਼ ਕਬਜ਼ੇ ਛਡਾਉਣਾ ਐਮਐਲਏ ਦਾ ਕੰਮ ਆ ਸਾਰੇ ਪਿੰਡ ਨੂੰ ਪਤਾ ਜਿਹਨੂੰ ਮਰਜ਼ੀ ਤੇ ਪਿੰਡ ਵਾਲੇ ਤਾਂ ਖੁਦ ਕਹਿ ਰਹੇ ਆ 5 ਸਾਲ ਸੀਗੇ 5 ਸਾਲ ਚ ਤੁਸੀਂ ਕੰਮ ਕਰਵਾਣੇ ਠੀਕ ਹੈ ਕਰਾਈ ਦਾ ਜਾਣਾ ਜੀ ਕਿਹੜੇ ਕਰਵਾ ਰਹੇ ਹੋ ਤੁਸੀਂ ਚੁੱਪ ਕਰ ਜਾਓ ਮੈਡਮ ਕੰਮ ਇਹਨਾਂ ਰੋਕ ਲਾ ਕਹਿੰਦੇ ਨਹੀਂ ਯਾਰ ਅਸੀਂ ਤੇ ਜਿਹੜਾ ਨਹੀਂ ਯਾਰ ਅਸੀਂ ਅੰਦਰ ਨਹੀਂ ਸਹਿਮਤ ਯਾਰ ਨਹੀਂ ਤਾਂ ਨਾ ਰਿਹਾ ਤੂੰ ਆਪਦਾ ਘਰੇ ਮੈਂ ਆਪਦਾ ਤੂੰ ਰਹਿ ਯਾਰ ਕਰੇ ਤੈਨੂੰ ਕਿਉਂ ਵੀਡੀਓ ਬੰਦ ਕਰੋ ਵੀਡੀਓ ਚੱਲੂਗੀ ਤੇ ਵੀਡੀਓ ਦਾ ਤੁਹਾਡਾ ਕੋਈ ਅਧਿਕਾਰ ਨਹੀਂ ਇਹਨਾਂ ਦੀ ਇਹ ਮਨਰੇਗਾ ਦੇ ਵਿੱਚ ਇਹਨਾਂ ਦੀ ਤੁਹਾਡੀ ਮਨਰੇਗਾ ਵਾਲੀ ਵੀ ਕਰਵਾਉਣੀ ਆ ਜਿਹੜੇ ਤੁਸੀਂ ਸਾਹਮਣੇ ਹਾਜ਼ਰੀ ਨਜਾਇਜ਼ ਪੈਂਦੀ ਸੀ ਕਰਵਾਉਣੀ ਆ ਤੁਹਾਡਾ ਮਨਰੇਗਾ ਦਾ ਵੀ ਘਪਲਾ ਜਿਹੜਾ ਤੁਸੀਂ ਕਰ ਰਹੇ ਹੋ ਇਹ 5 ਹਾਜ਼ਰੀਆਂ ਉਹਨਾਂ ਦੀਆਂ ਚੋਰ ਭੱਜਦੇ ਹੁੰਦੇ ਆ
ਕਰਨ ਲਈ ਇਹਨਾਂ ਨੂੰ ਕਿਹਾ ਤੇ ਉੱਧਰ ਦੇਖੋ ਇਹ ਦੇਖੋ ਤੁਸੀਂ ਆਪਣਾ ਇਹ ਡਾਂਗਾ ਸੋਟੇ ਆ ਦੇਖੋ ਇਹ ਠੀਕ ਹੈ ਜੀ ਆ ਦੇਖੋ ਇਹ ਖੁਦ ਇਹ ਡਾਂਗਾ ਸੋਟੇ ਕੱਢ ਕੇ ਲੈ ਕੇ ਆ ਰਹੇ ਆ ਕਿੰਨੇ ਖੜੇ ਆ ਮੇਰਾ ਘਰ ਬਾਰ ਢਾਉਣ ਆ ਕੇ ਮੈਨੂੰ ਧਮਕੀਆਂ ਦਿੰਦੇ ਮੈਂ ਕਿੱਧਰ ਨੂੰ ਜਾਵਾਂ ਗਰੀਬ ਬੰਦਾ ਮੈਨੂੰ ਘਰੇ ਆ ਕੇ ਢਾਉਣ ਲੱਗ ਗਏ ਆ ਡਾਂਗਾ ਆ ਸੋਟੇ ਪਿੰਡ ਦੇ ਲੋਕ ਵੀ ਆ ਨਾਲ ਉਹ ਤੂੰ ਨਜਾਇਜ਼ ਕਰਦਾ ਨਜਾਇਜ਼ ਮੈਂ ਨਜਾਇਜ਼ ਕਰਦਾ ਤੂੰ ਬੈਠਾ ਚੱਕ ਮੈਂ ਕਰੂੰਗਾ ਮੌਜੂਦਾ ਸਰਪੰਚ ਬੈਠਾ ਮੈਂ ਆਪ ਝਾਥੀ ਆ ਮੈਨੂੰ ਪਤਾ ਜਿੱਥੋਂ ਕੋ ਮਿਲਣਾ ਮੇਰਾ ਯਾਰ ਆਹ ਕਰ ਯਾਰ ਤੈਨੂੰ ਕਿਹਨੇ ਕੁਛ ਕਿਹਾ ਮੈਨੂੰ ਧੱਕਾ ਕਰੀ ਜਾਂਦੇ ਮੈਂ ਕਿੱਧਰ ਜਾਵਾਂ ਮੈਨੂੰ ਘਰੇ ਆ ਤਾਂ ਕੋਈ ਮੈਡਮ ਖੜੀ ਆ ਜਿਹੜਾ ਅੱਗੇ ਅੱਜ ਮੇਰੀ ਬਾਹ ਫੜੋ ਮੈਂ ਗਰੀਬ ਬੰਦਾ ਮੈਂ ਕਿੱਥੇ ਜਾਵਾਂ ਮੇਰਾ ਘਰ ਢਾਉਣਾ ਪਏਗਾ ਮੇਰੇ ਨਾਲ ਧੱਕਾ ਹੋ ਰਿਹਾ ਉੱਧਰ ਗੱਲ ਕਰੋ ਭਰਾਵਾ ਮੇਰੀ ਗੱਲ ਸੁਣੋ ਆ ਕੇ ਪਿੰਡ ਪਿੰਡ ਦੇ ਲੋਕਾਂ ਸਰਪੰਚਾਂ ਨੂੰ ਵਾਰਦਾ ਮੇਰੇ ਨਾਲ ਧੱਕਾ ਹੋ ਰਿਹਾ ਮੈਂ ਕਿੱਧਰ ਜਾਵਾਂ ਇਹ ਦੇਖੋ ਆ ਮੋਠਾਵਾੜੀ ਦੇ ਸਰਪੰਚ ਆ ਜੀ ਸਰਕਾਰੀ ਡਿਸਪੈਂਸਰੀ ਤੇ ਇਹਨਾਂ ਨੇ ਆਪਣੀਆਂ ਤੂੜੀ ਦੀਆਂ ਜਿਹੜੀਆਂ ਹੈਗੀਆਂ ਨੇ ਤੂੜੀ ਰੱਖੀ ਹੋਈ ਆਪਣੀਆਂ ਪੱਥੀਆਂ ਹੋਈਆਂ ਨੇ ਤੇ ਉੱਥੇ ਆਪਣੇ ਪਸ਼ੂਆਂ ਲਈ ਕਿੱਲੇ ਕੱਢੇ ਗਏ ਆ ਜਦੋਂ ਇਹਨਾਂ ਨੂੰ ਸਰਕਾਰੀ ਜ਼ਮੀਨ ਖਾਲੀ ਕਰਨ ਲਈ ਕਿਹਾ ਤੇ ਇਹ ਰੌਲਾ ਪਾ ਰਹੇ ਆ ਕਿ ਅਸੀਂ ਇਹਨਾਂ ਦੇ ਘਰ ਨੂੰ ਅੱਗ ਲਾ ਦੇਵਾਂਗੇ ਆਹ ਦੇਖੋ ਜੀ ਇਹ ਬੀਜੇਪੀ ਦੇ ਸਰਪੰਚ ਮੈਂ ਕੀ ਕਰਤਾ ਸਾਰੇ ਪਿੰਡਾਂ ਵਿੱਚ ਪੈਸਾ ਲਾਤਾ ਹਰਜੋਤ ਦੀ ਦੇਣਾ ਹੈ ਜਿਹੜੀ ਤੁਸੀਂ ਹੁਣ ਤੱਕ ਦਾ ਬਣੀ ਇੱਥੋਂ ਲਿਆ ਪਿੰਡ ਮੋਠਾਵਾਲੀ ਤੋਂ ਕਾਫੀ ਦਿਨਾਂ ਤੋਂ ਸਾਡੇ ਕੋਲ ਵਲੰਟੀਅਰਸ ਆ ਰਹੇ ਸੀ ਪਿੰਡ ਮੋਠਾਵਾਲੀ ਦੇ ਕਿ ਉਹਨਾਂ ਦੀ ਜਿਹੜੀ ਸੜਕ ਦੀ ਹਾਲਤ ਸੀ ਬਹੁਤ ਖਰਾਬ ਸੀਗੀ ਸੋ ਬਾਰ-ਬਾਰ ਸਾਨੂੰ ਆ ਕੇ ਰਿਕੁਐਸਟ ਕਰ ਰਹੇ ਸੀਗੇ ਕਿ ਇੱਥੇ ਜਿਹੜਾ ਹੈਗਾ ਪ੍ਰੀਮਿਕਸ ਵਗੈਰਾ ਪਵਾਇਆ ਜਾਵੇ ਕਾਫੀ ਸੜਕ ਮੋਠਾਵਾਲੀ ਤੋਂ ਲੈ ਕੇ ਸਿੰਘਾਂ ਵਾਲੇ ਤੱਕ ਦੀ ਸੜਕ ਦੀ ਹਾਲਤ ਬਹੁਤ ਖਰਾਬ ਸੀ ਤੇ ਮੈਂ ਵੋਟਾਂ ਤੋਂ ਪਹਿਲਾਂ ਵੀ ਉਹਨਾਂ ਨੂੰ ਪ੍ਰੋਮਿਸ ਕੀਤਾ ਸੀਗਾ ਕਿ ਜਿਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਪਹਿਲ ਦੇ ਆਧਾਰ ਤੇ ਜਿਹੜੀ ਹੈਗੀ ਹੈ ਸੜਕ ਦਾ ਕੰਮ ਕੀਤਾ ਜਾਏਗਾ ਸੋ ਅੱਜ ਉੱਥੇ ਜੇਈ ਸਾਹਿਬ ਗਏ ਸੀਗੇ ਉਹ ਪ੍ਰੀਮਿਕਸ ਦਾ ਕੰਮ ਕਰ ਰਹੇ ਸੀਗੇ ਸੋ ਮੈਂ ਜਸਟ ਉਹ ਕੰਮ ਦੇਖਣ ਗਈ ਸੀਗੀ ਕਿ ਪ੍ਰੀਮਿਕਸ ਜਿਹੜਾ ਪਾ ਰਿਹਾ ਉਹ ਤਕਰੀਬਨ ਪੌਣੇ 4 ਜਿਹੜਾ ਹੈਗਾ ਕਿਲੋਮੀਟਰ ਦਾ ਪ੍ਰੀਮਿਕਸ ਮੋਠਾਵਾਲੀ ਤੋਂ ਪਾ ਰਹੇ ਸੀ ਸੋ ਉਦੋਂ ਹੀ ਮੈਨੂੰ ਜਿਹੜੀ ਪਿੰਡ ਦੀ ਪੰਚਾਇਤ ਸੀਗੀ ਉਹਨਾਂ ਦੇ ਮੈਂਬਰਸ ਉੱਥੇ ਸਾਰੇ ਪਿੰਡ ਵਾਲੇ ਮੌਜੂਦ ਸਨ ਐਂਡ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਮੈਮ ਸਾਡੇ ਪਿੰਡ ਦੀ ਸਰਕਾਰੀ ਡਿਸਪੈਂਸਰੀ ਪਸ਼ੂਆਂ ਦੀ ਜਿਹੜੀ ਡਿਸਪੈਂਸਰੀ ਹੈ ਉੱਥੇ 2 ਕਮਰੇ ਬਣੇ ਹੋਏ ਆ ਬਰਾਂਡਾ ਬਣਿਆ ਹੋਇਆ ਬਾਹਰ ਉਹਦੇ ਕਾਫੀ ਵੱਡਾ ਗਰਾਊਂਡ ਹੈਗਾ ਔਰ ਉੱਥੇ ਪਿੰਡ ਦੇ ਮੌਜੂਦਾ ਸਰਪੰਚ ਨੇ ਜਿਹੜਾ ਕਬਜ਼ਾ ਕੀਤਾ ਹੋਇਆ ਕਿ ਇਹ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਕੇ ਦੇਖੋ ਐਂਡ ਪਿੰਡ ਦੀ ਪੰਚਾਇਤ ਦੇ ਕਹਿਣ 'ਤੇ ਮੈਂ ਉੱਥੇ ਡਿਸਪੈਂਸਰੀ ਗਈ ਬਿਲਕੁਲ ਨਜ਼ਦੀਕੀ ਸੀਗੀ ਸੋ ਜਦੋਂ ਮੈਂ ਡਿਸਪੈਂਸਰੀ ਦੇ ਵਿੱਚ ਦੇਖਿਆ ਕਿ ਉੱਥੇ ਜਿਹੜਾ ਹੈਗਾ ਸਰਪੰਚ ਸਾਹਿਬ ਨੇ ਉੱਥੇ ਇੱਕ ਤਾਂ ਆਪਣਾ ਤੂੜੀ ਦੇ ਕੁੱਪ ਬੰਨਿਆ ਹੋਇਆ ਉੱਥੇ ਉਹਨਾਂ ਦੀਆਂ ਜਿਹੜੇ ਹੈਗੇ ਆ ਕਿੱਲੇ ਗੱਡੇ ਹੋਏ ਆ ਪਸ਼ੂਆਂ ਦੇ ਲਈ ਉਹਨਾਂ ਨੇ ਆਪਣੇ ਪਸ਼ੂ ਵੀ ਉੱਥੇ ਬੰਨ੍ਹਦੇ ਹਨ ਪਾਥੀਆਂ ਵੀ ਜਿਹੜੀਆਂ ਹੈਗੀਆਂ ਉੱਥੇ ਪੱਥੀਆਂ ਹੋਈਆਂ ਜਿਹੜੀਆਂ 2 ਕਮਰੇ ਆ ਡਿਸਪੈਂਸਰੀ ਦੇ ਉਹਦੇ ਵਿੱਚ ਉਹਨਾਂ ਦੀ ਤੂੜੀ ਪਈ ਹੈ ਸੋ ਬਰਾਂਡੇ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਉੱਥੇ ਰੈਸਟ ਕਰਦੇ ਉਹ ਸੌਂਦੇ ਆ ਤੇ ਉਹ ਕਮਰਿਆਂ ਨੂੰ ਜਿਹੜਾ ਲੌਕ ਲੱਗਿਆ ਹੋਇਆ ਸਰਪੰਚ ਸਾਹਿਬ ਨੇ ਲਾਇਆ ਹੋਇਆ 4 ਮਰਲੇ ਜਿਹੜੀ ਜਗ੍ਹਾ ਹੈਗੀ ਆ ਉਹ ਉਹਨਾਂ ਨੇ ਆਪਣੇ ਘਰ 'ਚ ਮਿਕਸ ਕਰ ਲਈ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਰਪੰਚ ਸਾਹਿਬ ਦਾ ਜਿਹੜਾ ਘਰ ਆ ਉਹਦਾ ਇੱਕ ਦਰਵਾਜ਼ਾ ਉਹਨਾਂ ਨੇ ਡਿਸਪੈਂਸਰੀ ਦੇ ਵਿੱਚ ਨੂੰ ਖੁੱਲ੍ਹਦਾ ਕੀਤਾ ਹੋਇਆ ਜਦੋਂ ਕਿ ਤੁਸੀਂ ਕਿਸੇ ਵੀ ਸਰਕਾਰੀ ਪ੍ਰਾਪਰਟੀ ਦੇ ਵਿੱਚ ਆਪਣੇ ਘਰ ਦਾ ਦਰਵਾਜ਼ਾ ਨਹੀਂ ਤੁਸੀਂ ਖੋਲ੍ਹ ਸਕਦੇ ਸੋ ਸਾਰੀ ਉਹਨੂੰ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਉਹ ਕਹਿੰਦੇ ਸਾਡਾ ਵਿਹੜਾ ਹੈ ਅਸੀਂ ਇਹਨੂੰ ਯੂਜ਼ ਕਰਨਾ ਸੋ ਜਦੋਂ ਸਰਪੰਚ ਸਾਹਿਬ ਕੁਦਰਤੀ ਆ ਹੀ ਰਹੇ ਸੀਗੇ ਉੱਧਰੋਂ ਮੈਂ ਸਰਪੰਚ ਸਾਹਿਬ ਨੂੰ ਸਭ ਕੁਝ ਲਾਈ ਹੋਇਆ ਮੈਂ ਸਰਪੰਚ ਸਾਹਿਬ ਨੂੰ ਕਿਹਾ ਸਰਪੰਚ ਸਾਹਿਬ ਇਹ ਜਿਹੜਾ ਹੈਗਾ ਤੁਸੀਂ ਇੱਥੇ ਤੂੜੀ ਵਗੈਰਾ ਜਿਹੜੇ ਹੈਗੇ ਆ 31 ਤੱਕ ਜਿਹੜਾ ਹੈਗਾ 31 ਤਰੀਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਜਾਇਜ਼ ਕਬਜ਼ੇ ਛੱਡਣ ਲਈ 31 ਤਰੀਕ ਦਿੱਤੀ ਹੈ ਕਿ 31 ਤਰੀਕ ਤੱਕ ਤੁਸੀਂ ਜਿਹੜੇ ਇਹ ਕਬਜ਼ਾ ਹੈਗਾ ਇਹ ਛੱਡ ਦਿਓ ਸੋ ਉਹਨਾਂ ਵੱਲੋਂ ਬੜੀ ਜਿਹੜੀ ਹੈਗੀ ਆ ਗਲਤ ਸ਼ਬਦਾਵਲੀ ਯੂਜ਼ ਕੀਤੀ ਗਈ ਕਿ ਮੈਂ ਤਾਂ ਜੀ ਬੀਜੇਪੀ ਦਾ ਸਰਪੰਚ ਆ ਇੱਥੇ ਮੇਰੇ ਕਹੇ ਤੋਂ ਜੋ ਕੁਝ ਹੋਊਗਾ ਮੇਰੇ ਕਹੇ ਤੋਂ ਹੋਊਗਾ ਤੁਸੀਂ ਕੌਣ ਹੁੰਦੇ ਹੋ ਕਬਜ਼ੇ ਛਡਵਾਉਣ ਵਾਲੇ ਇਹ ਮੈਂ ਦੇਖੂੰਗਾ ਮੈਂ ਆਪਣੇ ਹੱਥਾਂ ਨਾਲ ਕਰੂੰਗਾ ਜੋ ਕਰਨਾ ਜਾਂ ਨਹੀਂ ਕਰਨਾ ਹੈਗਾ ਸੋ ਤੁਸੀਂ ਕੋਈ ਨਹੀਂ ਹੁੰਦੇ ਹੈਗੇ ਮੇਰੇ ਤੋਂ ਕਬਜ਼ੇ ਛਡਵਾਉਣ ਵਾਲੇ ਤੁਸੀਂ ਨਿਕਲੋ ਇੱਥੋਂ ਬਾਹਰ ਤੁਸੀਂ ਇੱਥੇ ਕਿਉਂ ਆਏ ਹੋ ਐਂਡ ਉਸ ਤੋਂ ਬਾਅਦ ਅਸੀਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦੇ ਵਿੱਚ ਚਾਹੇ ਤੁਸੀਂ ਸਰਪੰਚ ਹੋ ਚਾਹੇ ਕੋਈ ਐਮਪੀ ਹੋਵੇ ਚਾਹੇ ਕੋਈ ਐਕਸ ਐਮਐਲਏ ਹੋਵੇ ਚਾਹੇ ਪ੍ਰੈਜ਼ੈਂਟ ਐਮਐਲਏ ਹੋਵੇ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਹੋਵੇ ਚਾਹੇ ਬੀਜੇਪੀ ਤੋਂ ਹੋ ਤੁਸੀਂ ਚਾਹੇ ਕੋਈ ਕਾਂਗਰਸ ਦਾ ਹੋਵੇ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਹੋਵੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋਵੇ ਬਟ ਨਜਾਇਜ਼ ਕਬਜ਼ੇ ਜਿਹੜੇ ਹੈਗੇ ਉਹ ਛੱਡਣੇ ਪੈਣਗੇ ਚਾਹੇ ਸਰਪੰਚ ਹੈ ਚਾਹੇ ਤੁਸੀਂ ਐਕਸ ਸੀਐਮ ਹੋ ਸਭ ਨੂੰ ਜਿਹੜੀ ਹੈਗੀਆਂ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਕਿ ਸਰਕਾਰੀ
ਪ੍ਰੋਪਰਟੀ ਦੇ ਉੱਤੇ ਤੁਸੀਂ ਆਪਣੇ ਕਬਜ਼ੇ ਨਹੀਂ ਕਰ ਸਕਦੇ। ਸੋ ਇੰਨਾ ਕਹਿੰਦੇ ਹੋਏ ਉਹ ਆਪਣੇ ਘਰ ਗਏ, ਉਹ ਅੰਦਰੋਂ ਡਾਂਗਾ ਕੱਢ ਕੇ ਲੈ ਕੇ ਆਏ, ਉਹਨਾਂ ਨੇ ਸਾਡੇ ਤੇ ਅਟੈਕ ਕਰਨ ਦੀ ਮੇਰੇ ਤੇ ਕੋਸ਼ਿਸ਼ ਕੀਤੀ। ਸੋ ਉਹਨਾਂ ਦਾ ਬੇਟਾ ਜਿਹੜਾ ਹੈਗਾ ਉਹ ਡਾਂਗਾ ਲੈ ਕੇ ਆਏ। ਫਿਰ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਸਮਝਾਇਆ ਕਿ ਉਹ ਇੰਨੀ ਅੱਛੀ ਰਿਸਪੈਕਟ ਤੁਹਾਨੂੰ ਸਰਪੰਚ ਸਾਹਿਬ ਕਹਿ ਕੇ ਗੱਲ ਕਰ ਰਹੇ ਆ ਤੇ ਤੁਸੀਂ ਉਹਨਾਂ ਦੇ ਪਿੱਛੇ ਪੈ ਰਹੇ ਹੋ, ਡਰਾਮਾ ਕਰ ਰਹੇ ਹੋ ਕਿ ਮੇਰੇ ਘਰ ਨੂੰ ਅੱਗ ਲਾਉਣ ਆ ਗਏ। ਮੈਂ ਕਿਹਾ ਕਿ ਮੇਰੇ ਕੋਲ ਦੇਖੋ ਕੋਈ ਅਸੀਂ ਸਾਰੇ ਪਿੰਡ ਦੀ ਪੰਚਾਇਤ ਸੀਗੀ, ਅਸੀਂ ਕਿ ਡੀਜ਼ਲ ਫੜ ਕੇ ਹੱਥ 'ਚ ਲੈ ਕੇ ਆਇਆ ਜਾਂ ਸਾਡੇ ਕੋਲ ਮਾਚਿਸ ਦੀਆਂ ਡੱਬੀਆਂ ਨੇ ਅਸੀਂ ਤੁਹਾਡੇ ਘਰ ਨੂੰ ਅੱਗ ਲਗਾ ਦਾਂਗੇ। ਸੋ ਇੱਦਾਂ ਦੇ ਜਿਹੜੇ ਡਰਾਮੇ ਹੈਗੇ ਆ, ਕਾਈਂਡਲੀ ਇਹ ਚੀਜ਼ਾਂ ਨਾ ਕਰੋ ਤੁਸੀਂ। ਤੁਹਾਨੂੰ ਵਿਦ ਰਿਸਪੈਕਟ ਅਸੀਂ ਕਹਿ ਰਹੇ ਹਾਂ ਕਿ 31 ਤੱਕ ਤੁਹਾਡੇ ਕੋਲ ਟਾਈਮ ਹੈਗਾ ਤੇ ਕਰ ਦਿਓ। ਬਟ ਉਹਨਾਂ ਵੱਲੋਂ ਜਦੋਂ ਇੱਦਾਂ ਦਾ ਬਿਹੇਵੀਅਰ ਕੀਤਾ ਗਿਆ ਤੇ ਫਿਰ ਅਸੀਂ ਉੱਥੇ ਜਦੋਂ ਉਹਨਾਂ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਅਸੀਂ ਪੁਲਿਸ ਨੂੰ ਕਾਲ ਕੀਤਾ ਐਂਡ ਜਿਹੜੀ ਹੁਣ ਉਹਨਾਂ ਤੇ ਬਣਦੀ ਕਾਰਵਾਈ ਉਹ ਕੀਤੀ ਜਾਏਗੀ। ਐਮਐਲ ਸਾਹਿਬ, ਪੰਜਾਬ ਸਰਕਾਰ ਵੱਲੋਂ ਜੋ 31 ਤਰੀਕ ਦਾ ਅਲਟੀਮੇਟਮ ਦਿੱਤਾ ਗਿਆ ਸੀਗਾ, ਫਿਰ ਤੁਹਾਨੂੰ ਕਿਹੜੀ ਨੌਬਤ ਆ ਗਈ ਸੀ ਉੱਥੇ ਜਾਣ ਦੀ? ਸਰ, ਨੌਬਤ ਇਹ ਆਈ ਸੀਗੀ ਕਿਉਂਕਿ ਮੈਂ ਪਿੰਡ ਵਿਜ਼ਿਟ ਕਰ ਰਹੀ ਸੀਗੀ। ਪਿੰਡ ਦੇ ਲੋਕਾਂ ਨੇ ਮੈਨੂੰ ਇਹ ਨੌਬਤ ਆਈ, ਜੋ ਤੁਸੀਂ ਨੌਬਤ ਕਹਿ ਰਹੇ ਹੋ ਨਾ, ਇਸ ਵਰਡ ਤੁਸੀਂ ਯੂਜ਼ ਕੀਤਾ, ਨੌਬਤ ਕੀ ਆ ਗਈ ਹੈ। ਅਸੀਂ ਇਹੀ ਸਮਝਦੇ ਰਹੇ ਅੱਜ ਤੱਕ 70 ਸਾਲਾਂ 'ਚ ਕਿ ਸਾਨੂੰ ਕੀ ਲੈਣਾ ਦੇਣਾ, ਸਾਨੂੰ ਕੀ ਲੋੜ ਹੈ ਕਿ ਪਿੰਡ ਦੀ ਪੰਚਾਇਤ ਸਾਡੇ ਖਿਲਾਫ ਹੋ ਜਾਏਗੀ, ਸਰਪੰਚ ਸਾਡੇ ਖਿਲਾਫ ਹੋ ਜਾਏਗਾ। ਇਹੀ ਸੋਚ ਕੇ ਪੋਲੀਟੀਕਲ ਪਾਰਟੀਆਂ ਵੀ ਡਰਦੀਆਂ ਸੀ ਕਿ ਸਾਡੀਆਂ ਵੋਟਾਂ ਨਾ ਖਰਾਬ ਹੋ ਜਾਣ, ਅਸੀਂ ਇਹਨਾਂ ਚੀਜ਼ਾਂ ਤੇ ਐਕਸ਼ਨ ਨਾ ਲਈਏ। ਨੌਬਤ ਇਹ ਆਈ ਕਿ ਲੋਕਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਸਾਡੀ ਪਿੰਡ ਦੀ ਡਿਸਪੈਂਸਰੀ ਹੈ, ਉੱਥੇ ਅਸੀਂ ਆਪਣੀ ਓਪਨ ਜਿਮ ਬਣਾ ਸਕਦੇ ਹਾਂ, ਉੱਥੇ ਅਸੀਂ ਆਪਣੇ ਬੱਚਿਆਂ ਦੇ ਲਈ ਪਲੇਗਰਾਊਂਡ ਬਣਾਈਏ, ਸਾਡੇ ਬੱਚੇ ਉੱਥੇ ਖੇਡਣ। ਨੌਬਤ ਇਹ ਆਈ ਕਿ ਜਿਹੜੇ ਪਿੰਡ ਦੀ ਸਰਕਾਰੀ ਡਿਸਪੈਂਸਰੀ ਦੇ ਕਮਰੇ ਹੈ, ਜੋ ਕਿ ਵੈਟਨਰੀ ਜਿਹੜੇ ਹੈਗੇ ਆ ਇੱਥੇ ਉਹਨਾਂ ਦੇ ਡਿਪਾਰਟਮੈਂਟ ਦੇ ਅੰਡਰ ਆਉਂਦੀ ਹੈ, ਉਹ ਜ਼ਮੀਨ 'ਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ। ਇਹ ਨੌਬਤ ਮੈਨੂੰ ਆਈ ਸੀ ਉੱਥੇ ਜਾਣ ਦੀ। ਸੋ ਉਸਦੇ ਕਰਕੇ ਮੈਂ ਉਹ ਵਿਜ਼ਿਟ ਕੀਤਾ, ਉਹ ਦੇਖਿਆ ਕਿ ਵਾਕਈ ਬੰਦ ਹੈ ਜੀ ਉਹ ਡਿਸਪੈਂਸਰੀ ਨੂੰ ਜੀ ਇਹਨਾਂ ਨੇ ਤਾਲੇ ਲਗਾਏ ਹੋਏ ਆ। ਜਦੋਂ ਮੈਂ ਪੰਚਾਇਤ ਤੋਂ ਪੁੱਛਿਆ ਕਿ ਵੀ ਇਹ ਡਿਸਪੈਂਸਰੀ ਬੰਦ ਕਿਉਂ ਹੈ, ਸੋ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਵਿੱਚ ਪਸ਼ੂਆਂ ਦੀ ਜਿਹੜੀ ਸੀਗੀ ਗਿਣਤੀ ਉਹ ਕਾਫੀ ਘਟ ਗਈ ਸੀਗੀ। ਸੋ ਡਿਸਪੈਂਸਰੀ ਫਿਰ ਹੁਣ ਅਸੀਂ ਨਾਲ ਦੇ ਪਿੰਡ ਜਿਹੜੇ ਹੈਗੇ ਆ ਉੱਥੇ ਲੈ ਕੇ ਜਾਂਦੇ ਆ, ਬਟ ਉਹ ਸਰਕਾਰੀ ਜਗ੍ਹਾ ਹੈ। ਮੈਂ ਪਿੰਡ ਵਾਲਿਆਂ ਨੂੰ ਕਿਹਾ ਕਿ ਇੱਥੇ ਅਸੀਂ ਇੱਕ ਵਿਜ਼ਿਟਿੰਗ ਇਹਦੇ ਕਬਜ਼ਾ, ਉਹ ਕਹਿੰਦੇ ਕਿ ਕਬਜ਼ਾ ਨਹੀਂ ਛੱਡ ਰਿਹਾ ਸਰਪੰਚ, ਕਬਜ਼ਾ ਛਡਵਾ ਕੇ ਅਸੀਂ ਉਹਨੂੰ ਡਿਸਪੈਂਸਰੀ ਵੀ ਦੁਬਾਰਾ ਤੋਂ ਅਸੀਂ ਉੱਥੇ ਇੱਕ ਵੈਟਨਰੀ ਡਾਕਟਰ, ਅਗਰ ਉਹ ਡੇਲੀ ਨਹੀਂ ਜਾ ਸਕਦੇ ਤਾਂ ਵੀਕਲੀ ਜਾਂ ਟਵਾਈਸ ਅ ਵੀਕ ਅਸੀਂ ਵਿਜ਼ਿਟ ਕਰਵਾ ਸਕਦੇ ਹਾਂ ਉੱਥੇ, ਤਾਂ ਕਿ ਪਿੰਡ ਵਾਲਿਆਂ ਨੂੰ ਸਹੂਲਤਾਂ ਮਿਲਣ ਤੇ ਉੱਥੇ ਗਰਾਊਂਡ ਵਗੈਰਾ ਬਣਾਈਏ ਕੁਝ। ਬਟ ਗੱਲ ਇਹ ਵੀ ਨਹੀਂ ਹੈਗੀ, ਗੱਲ ਇਹ ਹੈ ਕਿ ਤੁਸੀਂ ਸਰਕਾਰੀ ਪ੍ਰਾਪਰਟੀ ਦੇ ਉੱਤੇ ਤੁਸੀਂ, ਚਾਹੇ ਤੁਸੀਂ ਸਰਪੰਚ ਹੋ, ਚਾਹੇ ਤੁਸੀਂ ਐਮਐਲਏ ਹੋ, ਚਾਹੇ ਤੁਸੀਂ ਕਿਸੇ ਵੀ ਪੋਸਟ ਤੇ ਹੈਗੇ ਹੋ, ਤੁਸੀਂ ਸਰਕਾਰੀ ਪ੍ਰਾਪਰਟੀ ਤੇ ਆਪਣੀ ਪਾਵਰ ਦਿਖਾ ਕੇ ਤੁਸੀਂ ਉਹਦੇ ਤੇ ਕਬਜ਼ਾ ਨਹੀਂ ਕਰ ਸਕਦੇ। ਇਹ ਗੱਲ ਹੈ। ਕੀਤੀ ਗਈ ਕੋਈ ਬਿਆਨ ਤੁਸੀਂ ਵੀ ਦਿੱਤੇ ਹੈ ਕੀ ਹੈ? ਮੇਰੇ ਕੋਲ ਤਾਂ ਜੀ ਸਾਰੇ ਅਸੀਂ ਲਾਈਵ ਹੀ ਸੀਗੇ ਉਸ ਟਾਈਮ ਐਂਡ ਸਾਡੇ ਕੋਲ ਵੀਡੀਓ ਸੀਗੀਆਂ ਐਂਡ ਪੁਲਿਸ ਕਰਮਚਾਰੀ ਵੀ ਸੀਗੇ ਉੱਥੇ, ਸਾਰੀ ਪਿੰਡ ਦੀ ਪੰਚਾਇਤ ਸੀਗੀ। ਸੋ ਉਹਨਾਂ ਨੇ ਸਾਰਿਆਂ ਨੇ ਜਿਹੜੀ ਹੈਗੀ ਹੈ ਜੋ ਵੀ ਉੱਥੇ ਦੇਖਿਆ ਸਾਰਾ ਉਹਨਾਂ ਨੇ ਨੋਟ ਕੀਤਾ ਹੈ। ਆਪਣਾ SHO ਸਾਹਿਬ ਗਏ ਸੀਗੇ। ਸੋ ਹੁਣ ਜਿਹੜੀ ਬਣਦੀ ਕਾਰਵਾਈ ਹੋਊਗੀ ਉਹ ਕੀਤੀ ਜਾਏਗੀ। ਐਮਐਲ ਸਾਹਿਬ, ਕੀ ਅਪੀਲ ਕਰੋਗੇ ਜਿਨ੍ਹਾਂ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤ ਜਿਵੇਂ ਦੱਬੀ ਹੋਈ ਹੈ ਉਹਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ? ਸਰ, ਅਸੀਂ ਤਾਂ ਇਹੀ ਅਪੀਲ ਕਰਦੇ ਆ ਕਿ ਸਾਡੇ ਪੰਚਾਇਤੀ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਵੱਲੋਂ ਵੀ ਇਹੀ ਅਪੀਲ ਕੀਤੀ ਗਈ ਹੈ ਕਿ ਜਿਹੜੀਆਂ ਤੁਸੀਂ ਸਰਕਾਰੀ ਪ੍ਰਾਪਰਟੀਜ਼ ਤੁਸੀਂ ਕਬਜ਼ੇ ਕੀਤੇ ਹੋਏ ਆ, ਜਿਨ੍ਹਾਂ ਨੇ ਵੀ ਕੀਤੇ ਹੋਏ ਆ, ਉਹ ਛੱਡ ਦਿਓ। ਅਗਰ ਪੰਚਾਇਤ ਖੁਦ ਕਬਜ਼ੇ ਛੱਡਦੀ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਨੂੰ ਇੱਕ ਗਿਫਟ ਮਿਲੇਗਾ। ਚਾਹੇ ਤੁਸੀਂ ਕਾਲਜ ਬਣਾ ਲਓ, ਚਾਹੇ ਤੁਸੀਂ ਸਕੂਲ ਬਣਾ ਲਓ ਆਪਣੇ ਪਿੰਡ ਦੇ ਵਿੱਚ, ਚਾਹੇ ਤੁਸੀਂ ਸਾਡੇ ਤੋਂ ਮੈਡੀਕਲ ਕਾਲਜ ਲਾ ਲਓ। ਤੁਸੀਂ ਪਿੰਡ ਅਗਰ ਖੁਦ ਅੱਗੇ ਆ ਕੇ ਸਰਕਾਰੀ ਪ੍ਰਾਪਰਟੀਜ਼ ਦੇ ਉੱਤੇ ਆਪਣਾ ਕਬਜ਼ਾ ਛੱਡੇਗਾ, ਸੋ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਐਪਰੀਸ਼ੀਏਸ਼ਨ ਦੇ ਲਈ ਇੱਕ ਗਿਫਟ ਮਿਲੇਗਾ। ਸੋ ਇਹ ਅਸੀਂ ਅਪੀਲ ਕਰ ਰਹੇ ਹਾਂ। ਬਟ ਫਿਰ ਵੀ ਅਗਰ ਕੋਈ ਨਹੀਂ ਛੱਡਣਾ ਚਾਹੁੰਦਾ ਤਾਂ ਫਿਰ ਸਰਕਾਰ ਨੂੰ ਛਡਾਣੇ ਆਉਂਦੇ ਆ ਕਬਜ਼ੇ, ਜਿਸ ਤਰ੍ਹਾਂ ਮੋਹਾਲੀ ਦੇ ਵਿੱਚ ਛਡਾਏ ਉਸੇ ਤਰ੍ਹਾਂ ਛਡਵਾਏ ਜਾਣ।